ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਕਪੂਰਾ। ਦਰਸ਼ਕੋ, ਅਵਾਰਡਸ ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਸਨਮਾਨ ਚਿੰਨ੍ਹ ਵੀ ਕਹਿ ਦਿੰਦੇ ਹਾਂ, ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਲਈ ਇਹ ਜਿਹੜੇ ਸਨਮਾਨ ਚਿੰਨ੍ਹ ਹੁੰਦੇ ਆ, ਜਿਹੜੇ ਅਵਾਰਡਸ ਹੁੰਦੇ ਆ, ਹੱਲਾਸ਼ੇਰੀ ਦਾ ਕੰਮ ਵੀ ਕਰਦੇ ਨੇ, ਉਹਨਾਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਦੇ ਨੇ। ਤੇ ਐਸੇ ਅਵਾਰਡਸ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ, ਚਾਹੇ ਉਹ ਐਂਟਰਟੇਨਮੈਂਟ ਇੰਡਸਟਰੀ ਹੋਵੇ, ਚਾਹੇ ਉਹ ਬਿਜ਼ਨਸ ਇੰਡਸਟਰੀ ਹੋਵੇ। ਤੇ ਇਸੇ ਤਰ੍ਹਾਂ ਦੀ ਅਵਾਰਡਸ ਦੀ ਜਿਹੜੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ, ਇੱਕ ਅਵਾਰਡਸ ਸ਼ੋਅ ਹੋ ਰਿਹਾ ਹੈਗਾ ਜਿਹਦਾ ਨਾਮ ਹੈ ਗਲੋਬਲ ਸਿੱਖ ਆਥਰਸ ਐਂਡ ਬਿਜ਼ਨਸ ਅਵਾਰਡਸ। ਤੇ ਉਹਨਾਂ ਦੇ ਜਿਹੜੇ ਫਾਊਂਡਰ ਨੇ, ਉਹਨਾਂ ਦੇ ਜਿਹੜੇ ਆਥਰ ਨੇ ਤੇ ਸਾਡੇ ਨਾਲ ਨੇ, ਉਹਨਾਂ ਦੇ ਮੈਂਬਰ ਵੀ ਸਾਡੇ ਨਾਲ ਨੇ। ਪਹਿਲਾਂ ਜਿਹੜੇ ਫਾਊਂਡਰ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਫਾਊਂਡਰ ਪਰਮੀਤ ਸਿੰਘ ਜੀ ਚੱਡਾ ਸਾਡੇ ਨਾਲ ਮੌਜੂਦ ਨੇ। ਸਰ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਪਹਿਲਾਂ ਤਾਂ ਮੁਬਾਰਕਬਾਦ ਦੇਣਾ ਚਾਹਾਂਗੇ ਜੀ, ਤੁਸੀਂ ਉਪਰਾਲਾ ਕਰਨ ਜਾ ਰਹੇ ਹੋ ਅਵਾਰਡਸ ਦਾ ਬਿਜ਼ਨਸ ਦੇ ਵਿੱਚ। ਤੇ ਪਹਿਲਾਂ ਮੈਨੂੰ ਸਾਰਾ ਦੱਸ ਦਿਓ ਕਿ ਕੀ ਹੈਗਾ ਆਪਣੇ ਅਵਾਰਡਸ ਦੇ ਵਿੱਚ, ਕੀ ਤੁਹਾਡੇ ਥੋਟਸ? ਪਹਿਲੇ ਥੋੜ੍ਹਾ ਮੈਂ ਆਪਣੀ ਸੰਸਥਾ ਬਾਰੇ ਦੱਸਾਂਗਾ ਜੀ। ਸਾਡੀ ਸੰਸਥਾ ਹੈ ਵਰਲਡ ਸਿੱਖ ਚੈਂਬਰ ਆਫ ਕਾਮਰਸ WSCC, ਜਿਹੜੀ ਕਿ ਇੱਕ ਸਿੱਖਾਂ ਦੀ ਨਾਨ ਪ੍ਰੋਫਿਟ ਗਲੋਬਲ ਆਰਗੇਨਾਈਜੇਸ਼ਨ ਹੈ, ਜਿਹਦੇ ਵਿੱਚ ਵੱਖ-ਵੱਖ ਖੇਤਰ ਦੇ ਸਿੱਖ ਜਿਹੜੇ ਕਿ ਅਲੱਗ-ਅਲੱਗ ਕਾਰੋਬਾਰ, ਅਲੱਗ-ਅਲੱਗ ਪ੍ਰੋਫੈਸ਼ਨ, ਅਲੱਗ-ਅਲੱਗ ਫੀਲਡ ਤੋਂ ਆਉਂਦੇ ਨੇ, ਇੰਡਸਟਰੀਜ਼ ਤੋਂ ਆਉਂਦੇ ਨੇ। ਉਹ ਇੱਕ ਪਲੇਟਫਾਰਮ 'ਤੇ ਬੈਠ ਕੇ ਇੱਕ ਦੂਜੇ ਨਾਲ ਬਿਜ਼ਨਸ ਦੀ ਗੱਲਬਾਤ ਕਰਦੇ ਆ। ਅਸੀਂ ਦੇਖਦੇ ਹਾਂ ਜਿੰਨੇ ਵੀ ਵੱਡੇ ਚੈਂਬਰ ਆਫ ਕਾਮਰਸ ਹੈਗੇ ਨੇ, ਬਟ ਸਾਡੇ ਸਿੱਖ ਸਮਾਜ ਦਾ ਇੱਕ ਵੀ ਚੈਂਬਰ ਆਫ ਕਾਮਰਸ ਨਹੀਂ ਹੈ ਪੂਰੀ ਦੁਨੀਆ ਦੇ ਅੰਦਰ। ਮੈਂ ਤਾਂ ਕਹਾਂਗਾ ਪੂਰੀ ਦੁਨੀਆ ਦੇ ਅੰਦਰ। ਸੋ ਇਹ ਸਾਡਾ ਪਹਿਲਾ ਸਿੱਖ ਚੈਂਬਰ ਆਫ ਕਾਮਰਸ ਹੈ। ਇਹਦੇ ਵਿੱਚ ਸਾਰੇ ਆਪਣੇ ਸਿੱਖ ਭੈਣ ਭਰਾ, ਵਪਾਰੀ ਆ ਕੇ ਇੱਕ ਦੂਜੇ ਨਾਲ ਬਿਜ਼ਨਸ ਦੀ ਗੱਲਬਾਤ ਕਰਦੇ ਨੇ, ਨੈਟਵਰਕਿੰਗ ਕਰਦੇ ਨੇ। ਕਿਉਂਕਿ ਅੱਜ ਦੀ ਡੇਟ ਵਿੱਚ ਇੱਕ ਨਾ ਲਾਈਨ ਬੜੀ ਫੇਮਸ ਹੈ, ਕੋਟ ਬੜਾ ਫੇਮਸ ਹੈ, ਯੋਰ ਨੈਟਵਰਕ ਇਜ਼ ਯੋਰ ਨੈਟਵਰਥ। ਸੋ ਅਸੀਂ ਲੋਕਾਂ ਦਾ, ਆਪਣੇ ਸਿੱਖ ਭੈਣ ਭਰਾਵਾਂ ਦਾ ਨੈਟਵਰਕ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਉਸੀ ਨੂੰ ਅੱਗੇ ਲੈ ਕੇ ਚੱਲਦੇ ਹੋਏ ਇਹ 2020 ਦੀ ਸੰਸਥਾ ਹੈ। 2020 ਤੋਂ ਅੱਜ 3 ਸਾਲ ਹੋ ਗਏ ਨੇ। ਸੋ 3 ਸਾਲ ਹੋਣ ਦੀ ਉਪਲਕਸ਼ ਵਿੱਚ ਅਸੀਂ ਇੱਕ ਗਲੋਬਲ ਸਿੱਖ ਆਥਰਸ ਐਂਡ ਬਿਜ਼ਨਸ ਅਵਾਰਡ ਰੱਖਿਆ ਹੈ ਫਰਵਰੀ 26 ਨੂੰ 2023 ਨੂੰ, ਜਿਹੜਾ ਕਿ ਦਿੱਲੀ ਲੀ ਮੈਰੀਡੀਅਨ ਦੇ ਅੰਦਰ ਇਹ ਅਵਾਰਡ ਫੰਕਸ਼ਨ ਰੱਖਿਆ, ਜਿਹੜਾ ਕਿ ਸਭ ਤੋਂ ਵੱਡਾ 5 ਸਟਾਰ ਬਿਜ਼ਨਸ ਹੋਟਲ ਹੈ। ਇਹਦੇ ਵਿੱਚ ਜਿਹੜਾ ਪਹਿਲਾ ਅਸੀਂ ਕਰਨ ਜਾ ਰਹੇ ਹਾਂ, 21 ਆਥਰਸ ਜਿਹੜੇ ਕਿ ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਕਿਤਾਬ ਲਿਖ ਰਹੇ ਨੇ, ਔਰ ਇੱਕ ਆਥਰ ਹੈਗੇ ਨੇ ਜਿਨ੍ਹਾਂ ਨੇ ਆਪਣੀ ਪੂਰੀ ਕਿਤਾਬ ਲਿਖ ਰਹੇ ਨੇ। ਤਾਂ ਆਪਣੀ 2 ਕਿਤਾਬਾਂ ਅਸੀਂ ਲਾਂਚ ਕਰ ਰਹੇ ਹਾਂ ਸਿੱਖ ਆਥਰਸ ਦੀਆਂ। ਤੁਸੀਂ ਦੇਖੋਗੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ, ਬਟ ਹਰ ਇਨਸਾਨ ਦੀ ਇੱਕ ਸਟੋਰੀ ਹੈ। ਅਸੀਂ ਉਸ ਸਟੋਰੀ ਨੂੰ ਪਲੇਟਫਾਰਮ 'ਤੇ ਲੈ ਕੇ ਆ ਰਹੇ ਹਾਂ, ਲੋਕਾਂ ਨੂੰ ਦੱਸ ਰਹੇ ਹਾਂ ਕਿ ਇਹ ਇਸ ਸਿੱਖ ਭੈਣ ਭਰਾ ਨੇ ਵੀ ਕੁਝ ਕੀਤਾ। ਸਾਨੂੰ ਝਿਜਕ ਹੁੰਦੀ ਹੈ, ਬਸ ਉਸ ਝਿਜਕ ਨੂੰ ਦੂਰ ਕਰਕੇ ਪਹਿਲੇ ਤਾਂ ਅਸੀਂ ਕਿਤਾਬ ਲਾਂਚ ਕਰ ਰਹੇ ਹਾਂ। ਉਹਦੇ ਬਾਅਦ ਅਸੀਂ ਲਗਭਗ 30 ਸਿੱਖ ਚੁਣੇ ਨੇ ਪੂਰੇ ਇੰਡੀਆ ਤੋਂ, ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਦੇ ਅੰਦਰ ਅੱਛਾ ਕੰਮ ਕੀਤਾ ਹੈ। ਅਸੀਂ ਉਹਨਾਂ ਨੂੰ ਪ੍ਰੋਤਸਾਹਨ ਦੇ ਰਹੇ ਹਾਂ। ਜਿਵੇਂ ਤੁਸੀਂ ਗੱਲ ਕੀਤੀ, ਇਹਦੇ ਵਿੱਚ ਸ਼ਾਰਕ ਟੈਂਕ ਅੱਜ ਪੂਰੀ ਦੁਨੀਆ ਦੇਖ ਰਹੀ ਹੈ। ਉਹਦੇ ਵਿੱਚੋਂ ਜਿਹੜੇ 2 ਸਿੱਖ ਜਿੱਤ ਕੇ ਆਏ, ਜਿਨ੍ਹਾਂ ਨੇ ਅਵਾਰਡ, ਜਿਨ੍ਹਾਂ ਨੇ ਫੰਡਿੰਗ ਲਿੱਤੀ ਹੈ, ਅਸੀਂ ਉਹਨਾਂ ਨੂੰ ਵੀ ਅਵਾਰਡ ਦੇ ਰਹੇ ਹਾਂ। ਕਿਉਂਕਿ ਉਹਨਾਂ ਨੂੰ ਅਵਾਰਡ ਦੇਣ ਨਾਲ ਜਿਹੜਾ ਯੂਥ ਪੰਜਾਬ ਦਾ ਹੈ, ਜਾਂ ਪੂਰੇ ਇੰਡੀਆ ਦਾ ਯੂਥ ਹੈ, ਜਾਂ ਪੂਰੇ ਵਰਲਡ ਦਾ ਸਿੱਖ ਯੂਥ ਹੈ, ਉਹਨੂੰ ਲੱਗਦਾ ਹੈ ਕਿ ਅੱਜ ਸਾਡੇ ਕੋਲ ਹੋਪ ਖਤਮ ਹੋ ਗਈ ਹੈ। ਥੋੜ੍ਹੀ ਜਿਹੀ ਹੋਪ ਡਾਊਨ ਹੈ ਸਾਡੇ ਲੋਕਾਂ ਦੀ, ਕਿ ਅਸੀਂ ਚੜ੍ਹਦੀ ਕਲਾ ਵਾਲੇ ਲੋਕ ਹੈਗੇ ਹਾਂ, ਬਟ ਪੰਜਾਬ ਦੇ ਅੰਦਰ ਚੜ੍ਹਦੀ ਕਲਾ ਘੱਟ ਹੈ। ਅਸੀਂ ਉਹਨਾਂ ਨੂੰ ਇੱਕ ਉਹ ਦੇ ਰਹੇ ਹਾਂ ਕਿ ਜਦ ਇਹ 2 ਬੱਚੇ ਇੰਨੇ ਕਰੋੜਾਂ ਰੁਪਏ ਦੀ ਫੰਡਿੰਗ ਲੈ ਸਕਦੇ ਆ, ਇੰਨਾ ਵੱਡਾ ਕਾਰੋਬਾਰ ਬਣਾ ਸਕਦੇ ਹੈਗੇ, ਤੇ ਤੁਸੀਂ ਕਿਉਂ ਨਹੀਂ ਬਣਾ ਸਕਦੇ? ਤੇ ਉਹਨਾਂ ਨੂੰ ਦੇਖ ਕੇ ਅਗਰ ਇੱਕ ਵੀ ਬੱਚਾ ਪ੍ਰੇਰਿਤ ਹੋ ਗਿਆ ਔਰ ਉਹਨੇ ਆਪਣਾ ਸਟਾਰਟਅਪ ਇੰਟਰਪ੍ਰੈਨਿਓਰ ਬਣ ਗਿਆ, ਤੇ ਸਾਡੇ ਵਾਸਤੇ ਸਾਡਾ ਇਹ ਮਿਸ਼ਨ ਕਾਮਯਾਬ ਹੋ ਜਾਏਗਾ। ਸੋ ਇਸੀ ਮੁਹਿੰਮ ਨੂੰ ਲੈ ਕੇ ਅਸੀਂ ਚੱਲੇ ਹਾਂ। ਇਹਦੇ ਵਿੱਚ ਵੱਡੇ ਜਾਨੀ ਮਾਨੀ ਹਸਤੀ ਆ ਰਹੇ ਨੇ। ਇਕਬਾਲ ਸਿੰਘ ਲਾਲਪੁਰਾ ਜੀ ਹੈਗੇ ਨੇ, ਜਿਹੜੇ ਨੈਸ਼ਨਲ ਕਮਿਸ਼ਨ ਫॉर ਮਾਈਨੋਰਟੀਜ਼ ਦੇ ਚੇਅਰਮੈਨ ਹੈਗੇ ਨੇ, ਉਹ ਆ ਰਹੇ ਨੇ। ਔਰ ਬਾਕੀ ਵੱਡੇ ਇੰਡਸਟਰੀ ਤੋਂ ਲੋਕ ਆ ਰਹੇ ਨੇ, ਜਿਹੜੇ ਕਿ ਉਹਨਾਂ ਨੂੰ ਸਨਮਾਨਿਤ ਕਰਨਗੇ। ਦੁਬਈ ਤੋਂ ਆ ਰਹੇ ਨੇ, ਦਿੱਲੀ ਤੋਂ ਆ ਰਹੇ ਨੇ। ਕਿਉਂਕਿ ਜਦ ਤੁਹਾਨੂੰ ਸਨਮਾਨ ਕਿਸੇ ਅੱਛੇ ਵੱਡੇ ਸ਼ਖਸ ਤੋਂ ਮਿਲਦਾ ਹੈ ਨਾ, ਤੁਹਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ। ਸੋ ਅਸੀਂ ਉਹ ਕਰਨ ਦੀ ਕੋਸ਼ਿਸ਼, ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ। ਜੀ, ਇੱਕ ਮੈਂ ਹੋਰ ਕੁਐਸਚਨ ਇਹ 'ਚ ਪੁੱਛਣਾ ਚਾਹੂੰਗਾ ਕਿ ਜਿੰਨੇ ਵੀ ਅਵਾਰਡਸ ਦਿੱਤੇ ਜਾ ਰਹੇ ਨੇ, ਜਿੰਨੇ ਵੀ ਮੈਂਬਰਸ ਇਹਦੇ ਵਿੱਚ ਬਣ ਰਹੇ ਨੇ, ਉਹ ਸਿੱਖੀਜ਼ਮ ਨਾਲ ਰਿਲੇਟਡ ਬੰਦੇ ਹੀ ਹੋਣਗੇ ਜਾਂ ਨਾਨ ਸਿੱਖ ਰਿਲੇਟਡ ਬੰਦੇ ਵੀ ਹੋ ਸਕਦੇ? ਇਹ ਪਹਿਲਾ ਹੀ ਅਵਾਰਡ ਫੰਕਸ਼ਨ ਹੈ ਜਿਹਦੇ ਵਿੱਚ ਸਾਰੇ ਹੀ ਸਿੱਖ ਹੈਗੇ ਨੇ। ਅਵਾਰਡ ਦੇਣ ਵਾਲਾ ਵੀ ਸਿੱਖ ਹੈ, ਲੈਣ ਵਾਲਾ ਵੀ ਸਿੱਖ ਹੈ। ਕਿਉਂਕਿ ਅਸੀਂ ਬਾਕੀ ਅਵਾਰਡਸ ਵੀ ਕਰਦੇ ਹਾਂ, ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਮਿਲ ਕੇ ਅਵਾਰਡ ਫੰਕਸ਼ਨ ਕਰ ਰਹੇ ਨੇ, MS ਸਟਾਕ ਹੈਗੇ ਨੇ, ਅਸੀਂ ਬਾਕੀਆਂ ਨਾਲ ਵੀ ਅਵਾਰਡਸ ਦਿੰਦੇ ਹਾਂ। ਬਟ ਇਹ ਇੱਕ ਸਿੱਖਾਂ ਨੂੰ ਥੋੜ੍ਹਾ ਜਿਹਾ ਪ੍ਰੋਤਸਾਹਨ ਦੇਣ ਦਾ, ਮੋਟੀਵੇਸ਼ਨ ਦੇਣ ਦਾ ਇਹ ਪਹਿਲਾ ਸਾਡਾ ਸੀਜ਼ਨ ਹੈ, ਔਰ ਇਹਦੇ ਵਿੱਚ ਸਿੱਖਾਂ ਨੂੰ ਹੀ ਅਵਾਰਡ ਦੇ ਰਹੇ ਹਾਂ ਅਸੀਂ। ਤੇ
ਨਾਲ ਸਾਡੇ ਆਥਰਸ ਵੀ ਨੇ ਇਸ ਆਰਗੇਨਾਈਜੇਸ਼ਨਸ ਦੇ, ਸ਼ਹਿਰੀ ਜੀ ਸਾਡੇ ਨਾਲ ਮੌਜੂਦ ਨੇ, ਸਵਾਗਤ ਹੈ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ। ਸਰ ਕੀ ਥੋਟ ਮਤਲਬ ਕੀ ਥੋਟ ਪਲਾਨ ਨੇ ਸਾਰੇ ਜਿੰਨਾ ਵੀ ਉਪਰਾਲਾ ਤੁਸੀਂ ਕਰਨ ਜਾ ਰਹੇ ਹੋ? देखो जी असूलों पे जो आँच आए तो टकराना ज़रूरी है और जो जिंदा हो तो जिंदा नज़र आना ज़रूरी है। तो ये ਅਸੀਂ ਨਾ ਸਿੱਖ ਕਮਿਊਨਿਟੀ ਦੇਖ ਰਹੇ ਸੀਗੇ, ਨਜ਼ਰ ਨਹੀਂ ਆ ਰਹੇ ਲੋਕੀ, ਸ਼ਾਈਨੈਸ ਹੈਗੀ ਹੈ, ਮਾਰਕੀਟਿੰਗ ਬ੍ਰਾਂਡਿੰਗ ਦੀ ਬੜੀ ਕਮੀ ਹੈਗੀ ਹੈ ਜੀ। ਪੈਸੇ ਦੀ ਕੋਈ ਕਮੀ ਨਹੀਂ ਹੈ ਜੀ ਕਰੀਅਰ ਗਰੋਥ ਦੀ ਕੋਈ ਕਮੀ ਨਹੀਂ ਹੈ, ਇੰਟੈਲੀਜੈਂਸ ਦੀ ਕੋਈ ਕਮੀ ਨਹੀਂ ਹੈ, ਸਕਿੱਲ ਦੀ ਕੋਈ ਕਮੀ ਨਹੀਂ ਹੈ, ਕਮੀ ਹੈਗੀ ਹੈ ਮੈਂਟੋਰਸ਼ਿਪ ਦੀ ਔਰ ਇੱਕ ਰਾਈਟ ਪਲੇਟਫਾਰਮ ਦੀ। ਜੀ ਵਰਲਡ ਸਿੱਖ ਚੈਂਬਰ ਆਫ ਕਾਮਰਸ ਨੇ ਉਹ ਕੰਮ ਕਰ ਦਿੱਤਾ ਹੈ। 5000 ਤੋਂ ਜ਼ਿਆਦਾ ਸਿੱਖ ਟਰਬਨ ਸਿੱਖ ਅਸੀਂ ਵਰਲਡ ਵਾਈਡ ਜੋੜ ਦਿੱਤੇ ਨੇ। 25 ਚੈਪਟਰ ਅਸੀਂ ਤਿਆਰ ਕਰ ਦਿੱਤੇ ਨੇ ਆਲ ਓਵਰ ਇੰਡੀਆ। ਅੱਜ ਅਗਰ ਟੀਅਰ 2 ਟੀਅਰ 3 ਸਿਟੀ ਤੋਂ ਵਿੱਚ ਕੋਈ ਬੱਚਾ ਕੁੜੀ ਮੁੰਡਾ ਖੜਾ ਹੋ ਕੇ ਬੋਲਦਾ ਅੱਜ ਮੈਨੂੰ ਜਾ ਰਿਹਾ ਦਿੱਲੀ ਜਾਣਾ ਹੈ, ਮੁੰਬਈ ਜਾਣਾ ਹੈ, ਕੋਈ ਕਨੈਕਸ਼ਨ ਚਾਹੀਦਾ ਹੈ, ਕੋਈ ਹੈਲਪ ਚਾਹੀਦੀ ਹੈ, ਅੱਜ ਤੁਹਾਡੇ ਵਾਸਤੇ ਇਹ ਪਲੇਟਫਾਰਮ ਤਿਆਰ ਹੈ, ਖੁੱਲ੍ਹਾ ਹੈਗਾ, ਕੋਈ ਮੈਂਬਰਸ਼ਿਪ ਨਹੀਂ ਹੈਗੀ ਹੈ, ਟੋਟਲੀ ਫ੍ਰੀ ਹੈਗਾ। ਉਸ ਤੋਂ ਇਲਾਵਾ ਬਹੁਤ ਸਾਰੇ ਇਨੀਸ਼ੀਏਟਿਵਸ ਹੋ ਰਹੇ ਨੇ। ਅੱਜ ਤੁਹਾਨੂੰ ਅਗਰ ਕੋਈ ਲੀਗਲ ਸੈਲ 'ਚ ਕਨੈਕਸ਼ਨ ਚਾਹੀਦਾ ਹੈ, ਰੀਅਲ ਏਸਟੇਟ ਸੈਲ 'ਚ ਕਨੈਕਸ਼ਨ ਚਾਹੀਦਾ ਹੈ, ਇੰਡਸਟਰੀਅਲ ਟ੍ਰੇਡ 'ਚ ਕਨੈਕਸ਼ਨ ਚਾਹੀਦਾ ਹੈ, ਐਮਬੈਸੀ 'ਚ ਕਨੈਕਸ਼ਨ ਚਾਹੀਦਾ ਹੈ, ਮੈਨੂਫੈਕਚਰ ਐਕਸਪੋਰਟਰ ਡਾਕਟਰ ਪ੍ਰੋਫੈਸ਼ਨਲ ਮੀਡੀਆ ਕੁਛ ਵੀ ਟ੍ਰੇਨਿੰਗ ਕੋਚਿੰਗ ਸਾਰੇ ਲੀਗਲ ਸਾਰੇ ਡਿਫਰੈਂਟ ਸੈਲਸ ਅਸੀਂ ਸਟਾਰਟ ਕਰ ਦਿੱਤੇ ਨੇ। ਇਹਦਾ ਫਾਇਦਾ ਇਹ ਹੈਗਾ ਕਿ ਹਰ ਫੀਲਡ ਦਾ ਸਪੈਸ਼ਲਾਈਜ਼ਡ ਬੰਦਾ ਵਰਲਡ ਸਿੱਖ ਚੈਂਬਰ ਆਫ ਕਾਮਰਸ ਵਿੱਚ ਤੁਹਾਨੂੰ ਟਰਬਨ ਸਿੱਖ ਮਿਲ ਜਾਏਗਾ ਅੱਜ। ਸੋ ਇਹ ਜਿਹੜਾ ਪੂਰਾ ਇੱਕ ਨੈਟਵਰਕ ਤਿਆਰ ਹੋਇਆ ਜੀ, ਉਹ ਸਾਰਾ ਦਾ ਸਾਰਾ ਨੈਟਵਰਕ ਤੁਹਾਡੀ ਸੇਵਾ ਵਾਸਤੇ ਹੀ ਹੋਇਆ। ਆਪਸ ਵਿੱਚ ਲੋਕੀ ਇੱਕ ਦੂਜੇ ਦਾ ਹੈਲਪਿੰਗ ਹੈਂਡ ਬਣ ਰਹੇ ਹਨ, ਕਿਉਂਕਿ ਦੇਖੋ ਅੱਜ ਸਿੱਖ ਨੂੰ ਸਿੱਖ ਦੀ ਬਾਹ ਫੜਨ ਦੀ ਬੜੀ ਲੋੜ ਹੈਗੀ ਆ। ਅਸੀਂ ਇੱਕ ਦੂਜੇ ਦੀ ਟੰਗ ਖਿੱਚਦੇ ਹੈਗੇ ਆ, ਇੱਕ ਦੂਜੇ ਨੂੰ ਖਾਰ ਖਾਂਦੇ ਹੈਗੇ ਆ। ਖਾਸ ਕਰਕੇ ਪੰਜਾਬ ਵਿੱਚ ਮੈਂ ਬਹੁਤ ਜ਼ਿਆਦਾ ਦੇਖਣਾ ਕਿ ਲੋਕੀ ਥੋੜ੍ਹਾ ਜਿਹਾ ਇੱਕ ਡਿਫਰੈਂਟ ਐਟੀਟਿਊਡ ਨਾਲ ਕੰਮ ਕਰ ਰਹੇ ਨੇ। ਇਸ ਐਟੀਟਿਊਡ ਨੂੰ ਖਤਮ ਕਰਨ ਦੀ ਲੋੜ ਹੈਗੀ ਆ ਜੀ। ਔਰ ਨਵਾਂ ਐਟੀਟਿਊਡ ਇਹ ਤਿਆਰ ਕਰਨਾ ਹੈਗਾ ਆਪਾਂ ਕਿ ਅਸੀਂ ਕੁਝ ਨਵਾਂ ਕਰੀਏ, ਕੁਝ ਇਨੋਵੇਟਿਵ ਕਰੀਏ। ਔਰ ਮੈਨੂੰ ਪਤਾ ਹੈ ਜਿਹੜਾ ਸਾਡਾ ਯੂਥ ਹੈਗਾ ਨਾ ਇਸ ਚੈਨਲ 'ਤੇ, ਉਹ ਯੂਥ ਇਹੀ ਚਾਹੁੰਦਾ ਹੈਗਾ ਕਿ ਅਸੀਂ ਇੱਕ ਨਵੇਂ ਜ਼ਮਾਨੇ ਦੇ ਨਾਲ ਨਵੇਂ ਤਰੀਕੇ ਦੇ ਨਾਲ ਕੰਮ ਕਰੀਏ, ਅੱਗੇ ਵਧੀਏ। ਅੱਜ ਸਭ ਦੇ ਸੁਪਨਾ ਹੈਗਾ ਕਿ ਅਸੀਂ ਅੱਛੀ ਨੌਕਰੀ ਕਰੀਏ, ਅੱਛੀ ਕੰਪਨੀ ਖੋਲੀਏ, ਗਰੋਥ ਕਰੀਏ। ਇਹ ਸਾਰੀ ਓਪਰਚੁਨਿਟੀਜ਼ ਵਰਲਡ ਸਿੱਖ ਚੈਂਬਰ ਆਫ ਕਾਮਰਸ ਨੇ ਇੱਕ ਪਲੇਟਫਾਰਮ ਤਿਆਰ ਕਰਕੇ ਸਭ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਜੀ ਕੀ ਬਾਤ। ਸਰ ਜਿਵੇਂ ਆਥਰਸ ਦੀ ਜਦੋਂ ਗੱਲ ਆਉਂਦੀ ਹੈਗੀ ਆ, ਸਾਰੇ ਬਿਜ਼ਨਸ ਦੇ ਵਿੱਚ ਤੁਸੀਂ ਡੀਲ ਕਰ ਰਹੇ ਹੋ, ਤੁਸੀਂ ਉੱਥੇ ਹੈਲਪ ਵੀ ਕਰ ਰਹੇ ਹੋ, ਹੈ ਨਾ। ਜਦੋਂ ਆਥਰਸ ਦੀ ਗੱਲ ਆਉਂਦੀ ਹੈ, ਕੀ ਲੱਗਦਾ ਕਿ ਜਿਹੜੇ ਆਥਰਸ ਹੈਗੇ ਨੇ ਜਾਂ ਜਿਹੜੇ ਰਾਈਟਰ ਹੈਗੇ ਨੇ, ਉਹ ਉਹਨਾਂ ਨੂੰ ਕੀ ਦਿੱਕਤਾਂ ਕੀ ਆਉਂਦੀਆਂ ਜਦੋਂ ਉਹਨਾਂ ਨੇ ਸਰਵਾਈਵ ਕਰਨਾ ਹੁੰਦਾ ਜਾਂ ਉਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚ ਅੱਗੇ ਵਧਣਾ ਹੁੰਦਾ? ਦੇਖੋ ਜੀ ਆਥਰਸ ਦੀ ਗੱਲ ਕਰੀਏ, ਫੈਕਟਸ ਟੈਲ ਐਂਡ ਸਟੋਰੀ ਸੈਲ। ਸਭ ਤੋਂ ਪਹਿਲੇ ਤੇ ਤੁਹਾਨੂੰ ਆਪਣੀ ਕਹਾਣੀ ਤਿਆਰ ਕਰਨੀ ਪਏਗੀ। ਜਿਵੇਂ ਮੈਂ 10 ਕਿਤਾਬਾਂ ਲਿਖ ਚੁੱਕਿਆ, ਮੈਂ ਇੰਟਰਨੈਸ਼ਨਲ ਪਬਲਿਕ ਸਪੀਕਿੰਗ ਕੋਚ ਹੈਗਾ, ਲੋਕਾਂ ਨੂੰ ਪਬਲਿਕ ਸਪੀਕਿੰਗ ਕਿਵੇਂ ਕਰਨੀ ਉਹ ਸਿਖਾਉਣਾ। ਤੇ ਅੱਜ ਜਿਹੜੇ ਅਸੀਂ 21 ਆਥਰ ਇਵੈਂਟ ਦੇ ਉੱਤੇ ਲਾਂਚ ਕਰ ਰਹੇ ਹਾਂ ਹੋਟਲ ਲੀ ਮੈਰੀਡੀਅਨ 26 ਤਰੀਕ ਫਰਵਰੀ ਨੂੰ। ਸੋ ਇਹ ਜਿੰਨੇ ਵੀ ਆਥਰਸ ਹੈਗੇ ਨੇ ਇਹਨੂੰ ਪ੍ਰੋਫੈਸ਼ਨਲ ਕੋਚਿੰਗ ਮੈਂਟਰਿੰਗ ਮੈਂ ਕੀਤੀ ਹੈਗੀ ਹੈ, ਕਿਉਂਕਿ ਕਿਸੇ ਨੂੰ ਤਾਂ ਅੱਗੇ ਆਉਣਾ ਪਏਗਾ ਨਾ। ਤੇ ਜਿਹੜਾ ਬੰਦਾ ਅੱਗੇ ਆਏਗਾ ਉਹ ਫਿਰ ਬਾਕੀ ਨਾਲ ਹੈਲਪ ਕਰੇਗਾ, ਜੁੜੇਗਾ। ਦੇਖੋ ਪ੍ਰੈਜੈਂਟੇਸ਼ਨ ਤੁਹਾਡੀ ਜਿਵੇਂ ਮਰਜ਼ੀ ਹੋਏ, ਲੇਕਿਨ ਉੱਪਰ ਵਾਲਾ ਤੇ ਥੱਲੇ ਵਾਲਾ ਤੁਹਾਡੀ ਇੰਟੈਂਸ਼ਨ ਜ਼ਰੂਰ ਦੇਖਦਾ। ਤੇ ਇੰਟੈਂਸ਼ਨ ਤੁਹਾਡੀ ਅੱਛੀ ਹੈਗੀ ਹੈ, ਕਮਿਊਨਿਟੀ ਦੀ ਅੱਛੀ ਹੈਗੀ ਹੈ, ਸੇਵਾ ਕਰਨ ਦੀ ਇੰਟੈਂਸ਼ਨ ਹੈਗੀ ਹੈ, ਉਹ ਸਭ ਹਰ ਕੋਈ ਮਹਿਸੂਸ ਕਰਦਾ। ਤੇ ਮੈਨੂੰ ਇਹ ਲੱਗਦਾ ਕਿ ਅਸੀਂ ਜਿਹੜੀ ਇੰਟੈਂਸ਼ਨ ਨਾਲ ਆਥਰਸ ਨੂੰ ਹੈਲਪ ਕਰ ਰਹੇ ਹਾਂ, ਲੋਕੀ ਸਾਹਮਣੇ ਆ ਕਰਕੇ ਆਪਣੀ ਕਿਤਾਬ ਲਿਖ ਰਹੇ ਨੇ, ਤੇ ਇਹਦਾ ਕਿੰਨਾ ਵੱਡਾ ਇੰਪੈਕਟ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਪੈਣ ਵਾਲਾ ਤੁਹਾਨੂੰ ਅਸੀਂ ਇੱਥੇ ਬੈਠ ਕੇ ਅੰਦਾਜ਼ਾ ਨਹੀਂ ਲਗਾ ਸਕਦੇ। ਕਿਉਂਕਿ ਜਿਹੜਾ ਸਟੋਰੀ ਕੋਈ ਬੱਚਾ ਪੜ੍ਹੇਗਾ, ਕੋਈ ਡਿਫਰੈਂਟ ਕਲਚਰ ਦੇ ਲੋਕ ਪੜ੍ਹਨਗੇ, ਕਿਉਂਕਿ ਕਿਤਾਬ ਵੱਖ-ਵੱਖ ਏਰੀਆ ਜਾਏਗੀ। ਔਰ ਸਾਡੀ ਚਾਹ ਹੈਗੀ ਹੈ ਕਿ ਅਸੀਂ ਆਨਰੇਬਲ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਮਿਲ ਕਰਕੇ ਉਹਨਾਂ ਨੂੰ ਇਹ ਕਿਤਾਬ ਭੇਟ ਕਰੀਏ, ਕਿਉਂਕਿ ਇਸ ਮੁਹਿੰਮ ਦੀ ਬਹੁਤ ਸਖਤ ਜ਼ਰੂਰਤ ਸੀ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ। ਔਰ ਮੈਂ ਡਾਕਟਰ ਪਰਮੀਤ ਸਿੰਘ ਚੱਡਾ ਬਹੁਤ ਵਧਾਈ ਦੇ ਪਾਤਰ ਹੈਗੇ ਨੇ, ਜਿਨ੍ਹਾਂ ਨੇ ਇਸ ਵਿਜ਼ਨ ਨੂੰ ਕ੍ਰੀਏਟ ਕੀਤਾ ਹੈਗਾ। ਅਸੀਂ ਸਾਰੇ ਉਹਨਾਂ ਦੇ ਨਾਲ ਹੈਗੇ ਹਾਂ ਔਰ ਹਮੇਸ਼ਾ ਨਾਲ ਰਵਾਂਗੇ ਜੀ। ਦਰਸ਼ਕੋ, ਅਕਸਰ ਅਸੀਂ ਗੱਲਾਂ ਵੀ ਕਰਦੇ ਰਹਿੰਦੇ ਹੈਗੇ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਆ, ਜਿਹਦੇ ਕਰਕੇ ਸਾਡੇ ਜਿਹੜਾ ਯੂਥ ਹੈਗਾ ਉਹ ਬਾਹਰ ਵੱਲ ਨੂੰ ਭੱਜਦਾ, ਅਬਰੋਡ ਵੱਲ ਨੂੰ ਭੱਜਦਾ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਸਾਡਾ ਰੋਜ਼ਗਾਰ ਨਹੀਂ ਹੈਗਾ, ਸਾਡੇ ਕੋਲ ਕੰਮ ਨਹੀਂ ਹੈਗਾ। ਪਰ ਜਦੋਂ ਇਹੋ ਜਿਹੀਆਂ ਆਰਗੇਨਾਈਜੇਸ਼ਨ ਇਹੋ ਜਿਹੇ ਉਪਰਾਲੇ ਕਰਦੀਆਂ ਨੇ ਕਿ ਜਿਨ੍ਹਾਂ ਨਾਲ ਉਹਨਾਂ ਨੂੰ ਪ੍ਰੇਰਨਾ ਵੀ ਮਿਲੇ, ਉਹਨਾਂ ਨੂੰ ਉਤਸ਼ਾਹਨ ਵੀ ਮਿਲੇ ਕਿ ਅਸੀਂ ਨਹੀਂ ਇੱਥੇ ਰਹਿ ਕੇ ਵੀ ਅਸੀਂ ਆਪਣਾ ਬਿਜ਼ਨਸ ਗਰੋ ਕਰ ਸਕਦੇ ਹਾਂ, ਅਸੀਂ ਕੰਮ ਕਰ ਸਕਦੇ ਹੈਗੇ ਹਾਂ। ਤੇ ਵਧਾਈ ਦੇ ਪਾਤਰੋਂ ਜੀ ਫਾਊਂਡਰ ਸਾਹਿਬ ਤੇ ਸ਼ਹਿਰੀ ਸਾਹਿਬ, ਤੁਸੀਂ ਵੀ ਕਿ ਇਹੋ ਜਿਹਾ ਜਿਹੜਾ ਉਪਰਾਲਾ ਸਾਰੇ ਸਿੱਖ ਭਾਈਚਾਰੇ ਦੇ ਲਈ ਤੁਸੀਂ ਲੈ ਕੇ ਆ ਰਹੇ ਹੈਗੇ ਹੋ। ਤੇ ਅਸੀਂ ਉਮੀਦ ਵੀ ਕਰਦੇ ਹੈਗੇ ਹਾਂ ਕਿ ਜਿਹੜਾ ਤੁਸੀਂ ਉਪਰਾਲਾ ਜਾਂ ਜੋ ਤੁਸੀਂ ਟੀਚੇ ਤੁਸੀਂ ਆਪਣੇ ਮਨ ਦੇ ਵਿੱਚ ਬੁਣੇ ਨੇ ਤੇ ਉਹ ਸਰ ਹੋਣ, ਪੂਰੇ ਹੋਣ। ਤੇ ਇੱਕ ਹੋਰ ਮੈਂਬਰ ਇਸ ਆਰਗੇਨਾਈਜੇਸ਼ਨ ਦੇ ਸਾਡੇ ਨਾਲ ਨੇ, ਮਨਮੀਤ ਜੀ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ
ਮਨਮੀਤ ਜੀ, ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਢਾਂਚੇ ਨੂੰ, ਕਿਵੇਂ ਤੁਸੀਂ ਇਸ ਜੁਆਇਨ ਕੀਤਾ? ਮੈਂ ਤੁਹਾਨੂੰ ਦੱਸਦਾ, ਮੈਂ WSCC ਨਾਲ ਜੁੜਿਆ ਤਕਰੀਬਨ 1 ਸਾਲ ਪਹਿਲਾਂ ਜੀ ਤੇ ਮੇਰਾ ਸੋਚਣਾ ਹੀ ਬਦਲ ਗਿਆ ਜੀ। ਜੀ। ਮੈਂ ਇੱਕ ਇੰਜੀਨੀਅਰ ਹੈਗਾ, ਪਿਛਲੇ 26 ਸਾਲ ਤੋਂ ਮੈਂ ਬਿਜ਼ਨਸ ਵੀ ਕਰ ਰਿਹਾ ਹੈਗਾ ਤੇ ਮੈਂ ਹਾਈਟੈਕ ਸੌਫਟਵੇਅਰ ਬਿਜ਼ਨਸ ਦੇ ਵਿੱਚ ਹੈਗਾ। ਜੀ ਤੇ ਮੈਂ ਦੇਖਦਾ ਸੀਗਾ ਕਿ ਪੰਜਾਬ ਦੇ ਵਿੱਚ ਨਾ ਤੇ ਮੇਰੇ ਕੋਲ ਕੰਮ ਹੈਗਾ, ਜੀ ਨਾ ਹੀ ਮੇਰੇ ਕੋਲ ਕੰਮ ਕਰਨ ਵਾਲੇ ਵਰਕਰਸ ਹੈਗੇ ਨੇ। ਬਟ ਜਦੋਂ ਤੋਂ ਮੈਂ WSCC ਨਾਲ ਜੁੜਿਆ, ਇੱਕ ਥਾਟ ਪ੍ਰੋਸੈਸ ਚੇਂਜ ਹੋਇਆ, ਬਿਕੋਜ਼ ਮੈਨੂੰ ਬੜੀ ਦੂਰ ਦੂਰ ਜਾਣਾ ਪੈਂਦਾ, ਇੰਡੀਆ ਦੇ ਵਿੱਚ ਵੀ, ਬਾਹਰ ਵੀ ਜਾਣਾ ਪੈਂਦਾ, ਤੇ ਮੇਰਾ ਵੀ ਕੋਈ ਹੱਥ ਫੜਨ ਵਾਲਾ ਨਹੀਂ ਸੀ। ਜਿੱਦਾਂ ਚੱਡਾ ਸਾਹਿਬ ਨੇ ਕਿਹਾ ਕਿ ਵੀ ਸਾਨੂੰ ਕੋਈ ਇੱਕ ਦੂਜਾ ਪਛਾਣਦਾ ਨਹੀਂ, ਕੋਈ ਜਾਣਦਾ ਨਹੀਂ, ਤੇ ਪੰਜਾਬ 'ਚ ਰਹਿ ਕੇ ਕੰਮ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਇਸ ਵੇਲੇ। ਇੱਕ ਬਹੁਤ ਨੈਗੇਟਿਵ ਸੈਂਟੀਮੈਂਟ ਬਣਿਆ ਪਿਆ ਸਾਰੇ ਪਾਸੇ। ਪਰ ਜਦੋਂ ਤੋਂ ਮੈਂ WSCC ਨਾਲ ਜੁੜਿਆ, ਤੇ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ, ਮੈਂ ਜਿੱਥੇ ਵੀ ਜਾਂਦਾ, ਇੰਡੀਆ 'ਚ ਐਬਰੋਡ ਜਾਂਦਾ, ਮੈਨੂੰ ਕੋਈ ਨਾ ਕੋਈ ਇੱਕ ਆਨਰੇਬਲ ਮੈਂਬਰ ਮਿਲ ਜਾਂਦਾ ਹੈ ਜਿਹੜਾ ਮੇਰੇ ਭਰਾ ਵਾਂਗ, ਮੇਰੇ ਫਰੈਂਡ ਵਾਂਗ, ਮੇਰੇ ਮੈਂਟਰ ਵਾਂਗ ਕੰਮ ਕਰਦਾ ਹੈ। ਚਾਹੇ ਮੈਂ ਗੁਹਾਟੀ ਜਾਵਾਂ, ਚਾਹੇ ਮੈਂ ਚੇਨਈ ਜਾਵਾਂ, ਚਾਹੇ ਮੈਂ ਕਜ਼ਾਕਿਸਤਾਨ ਵਰਗੀ ਦੂਰ ਦੂਰ ਜਗ੍ਹਾ ਤੱਕ ਵੀ ਜਾ ਕੇ ਆਇਆ ਹੈਗਾ। ਸੋ ਉਹਦੇ ਕਰਕੇ ਕੰਮ ਤਾਂ ਵਧਿਆ ਹੀ ਵਧਿਆ। ਦੂਸਰਾ ਕੀ ਹੈ, ਜਿੱਦਾਂ ਹੁਣ ਇਹ ਉਪਰਾਲਾ ਹੋ ਰਿਹਾ ਹੈ ਆਥਰਸ ਦਾ, ਮੈਨੂੰ ਆਥਰ ਸ਼ੈਰੀ ਨੇ ਸਪੈਸ਼ਲੀ ਮੋਟੀਵੇਟ ਕੀਤਾ ਇਹਨਾਂ ਨੇ, ਕਿਉਂਕਿ ਇੰਜੀਨੀਅਰਸ ਟੈਕਨੀਕਲ ਕਿਤਾਬਾਂ ਲਿਖਦੇ ਨੇ। ਸੋ ਮੈਂ ਟੈਕਨੀਕਲ ਕਿਤਾਬਾਂ ਤੇ ਬਥੇਰੀਆਂ ਲਿਖੀਆਂ, ਆਪਾਂ ਟ੍ਰੇਨਿੰਗਸ ਵੀ ਦਿੱਤੀਆਂ, ਪਰ ਕਦੀ ਇਦਾਂ ਦੀ ਕਿਤਾਬ ਨਹੀਂ ਲਿਖੀ ਜਿਹਦੇ ਕਰਕੇ ਬੱਚੇ ਮੋਟੀਵੇਟ ਹੋਣ। ਤਾਂ ਅੱਜਕੱਲ ਤੁਸੀਂ ਦੇਖੋਗੇ ਇੰਜੀਨੀਅਰਿੰਗ ਕਾਲਜ ਦੇ ਬੱਚੇ ਪਾਸ ਤਾਂ ਹੋ ਜਾਂਦੇ ਨੇ, ਪਰ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨਹੀਂ, ਜੇ ਮਿਲਦੀਆਂ ਤੇ ਉਹਨਾਂ ਚੰਗੀਆਂ ਨਹੀਂ ਮਿਲਦੀਆਂ, ਸਮਝ ਨਹੀਂ ਆਉਂਦੀ। ਤਾਂ ਉਹ ਮੈਂ ਇਹਨਾਂ ਨਾਲ ਮਿਲ ਕੇ ਉਹ ਕਿਤਾਬ ਲਿਖੀ, ਜਿਹਦੇ ਵਿੱਚ ਮੈਂ ਹੈਲਪ ਕਰਾਂਗਾ ਕਿ ਬਈ ਬੱਚੇ ਕਿੱਦਾਂ ਕੈਰੀਅਰ ਪਲਾਨ ਕਰ ਸਕਦੇ ਨੇ। ਇਹ ਹੈਗਾ, ਤਾਂ ਇਹ ਜਿਹੜਾ ਉਪਰਾਲਾ ਸ਼ੁਰੂ ਹੋਇਆ WSCC ਦਾ, ਇਹ ਅੱਜ ਇੱਕ ਬਹੁਤ ਵੱਡੀ ਮੂਵਮੈਂਟ ਬਣ ਚੁੱਕਾ ਹੈ। ਇਹ 'ਚ ਤੁਸੀਂ ਸਾਰੇ ਲੋਕ, ਪੰਜਾਬ ਦਾ ਯੂਥ ਉਹ ਨਾਲ ਜੁੜੇ, ਕਿਉਂਕਿ ਇਹਦੇ ਨਾਲ ਜੋ ਪੋਜ਼ਿਟਿਵਿਟੀ ਬਣ ਰਹੀ ਹੈ, ਤੇ ਸਾਡਾ ਜਿਹੜਾ ਪੰਜਾਬ ਹੈਗਾ ਆ, ਇਹ ਹੋਰ ਅੱਗੇ ਵਧੇ, ਅੱਗੇ ਵਧੇਗਾ। ਅਸੀਂ ਮਿਹਨਤੀ ਲੋਕ ਹੈਗੇ ਆ, ਬਸ ਲੋੜ ਹੈਗੀ ਆ ਇੱਕ ਦੂਜੇ ਦਾ ਹੱਥ ਫੜਨ। ਜੀ ਜੀ। ਇੱਕ ਹੋਰ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਕਿ ਜਦੋਂ ਵੀ ਕੋਈ ਸਾਡੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਸਿੱਖੀਜ਼ਮ ਨਾਲ ਰਿਲੇਟਡ ਕੋਈ ਵੀ ਇੱਕ ਆਰਗੇਨਾਈਜੇਸ਼ਨ ਉੱਠਦੀ ਹੈ ਜਿਹੜੀ ਲੋਕਾਂ ਦੇ ਭਲੇ ਦੇ ਲਈ ਹੁੰਦੀ ਹੈ, ਲੋਕ ਸੇਵਾ ਦੇ ਲਈ ਹੁੰਦੀ ਹੈ, ਹੈ ਨਾ, ਤਾਂ ਜਿਹੜੀਆਂ ਨੌਨ ਸਮਾਜਿਕ ਜਿਹੜੇ ਤੱਤ ਹੈਗੇ ਨੇ, ਹੈ ਨਾ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਹੋਰ ਤਰੀਕੇ ਨਾਲ ਜੋੜਦੇ ਨੇ, ਹੋਰ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਕਿੰਨੀਆਂ ਹੀ ਆਰਗੇਨਾਈਜੇਸ਼ਨ ਸਾਡੀਆਂ ਕੰਮ ਕਰ ਰਹੀਆਂ ਨੇ, ਤੇ ਉੱਥੇ ਉਹਨਾਂ ਨੂੰ ਕਦੇ ਖਾਲਸਾ ਨਾਲ ਜੋੜ ਦਿੱਤਾ ਜਾਂਦਾ, ਜਾਂ ਕਦੇ ਹੋਰ ਆਰਗੇਨਾਈਜੇਸ਼ਨ ਦੇ ਨਾਲ ਜੋੜ ਦਿੱਤਾ ਜਾਂਦਾ ਕਿ ਇਹ ਗੈਰ ਸਮਾਜਿਕ ਤੱਤ ਬਣਾ ਰਹੇ ਨੇ। ਬਟ ਅਸਲ ਦੇ ਵਿੱਚ ਗੈਰ ਸਮਾਜਿਕ ਤੱਤ ਉਹ ਆਪ ਨੇ, ਕਿਉਂਕਿ ਉਹ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਗੱਲਾਂ ਨੂੰ ਲੈ ਕੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ ਜੀ। ਅਸੀਂ ਪੰਜਾਬ ਦੇ ਅੰਦਰ ਸਾਰੇ ਰੋਟੀ ਖਾਂਦੇ ਆ। ਬਿਲਕੁਲ। ਰੋਟੀ ਖਾਣ ਵਾਸਤੇ ਪਹਿਲੇ ਕਣਕ ਬੀਜਣੀ ਪੈਂਦੀ ਹੈ, ਕਣਕ ਕੱਟ ਕੇ ਆਟਾ ਪੀਸਣਾ ਪੈਂਦਾ, ਆਟਾ ਗੁੰਨਣਾ ਪੈਂਦਾ, ਫਿਰ ਰੋਟੀ ਖਾਣੀ ਪੈਂਦੀ ਹੈ। ਜਦ ਰੋਟੀ ਖਾਣ ਵਾਸਤੇ ਇੰਨਾ ਸਭ ਕੁਝ ਕਰਨਾ ਪੈਂਦਾ, ਇੱਕ ਆਮ ਰੋਟੀ ਜਿਹੜਾ ਆਮ ਹਰ ਇਨਸਾਨ ਖਾਂਦਾ, ਤੇ ਅਗਰ ਇੱਕ ਸੰਸਥਾ ਬਣ ਰਹੀ ਹੈ ਤੇ ਤੁਸੀਂ ਉਹਦੇ ਵਿੱਚ ਤੁਹਾਨੂੰ ਪਰੇਸ਼ਾਨੀ ਆਏਗੀ। ਬਟ ਹੁੰਦਾ ਕੀ ਹੈ, ਤੁਸੀਂ ਉਸ ਪਰੇਸ਼ਾਨੀ ਨੂੰ, ਇੱਕ ਦੇਖੋ ਨਾ, ਇੱਕ ਘਰ ਦੀ ਮਾਂ ਕਿੰਨੀ ਮਿਹਨਤ ਨਾਲ ਰੋਟੀ ਪਕਾਉਂਦੀ ਹੈ, ਆਪਣੇ ਬੱਚਿਆਂ ਨੂੰ ਖਿਲਾਉਂਦੀ ਹੈ। ਉਹਨੇ ਤੇ ਕਦੀ ਨਹੀਂ ਕਿਹਾ ਜੀ ਮੈਂ ਪਰੇਸ਼ਾਨ ਹੋ ਰਹੀ ਹਾਂ, ਮੈਨੂੰ ਗਰਮੀ ਲੱਗ ਰਹੀ ਹੈ। ਤੇ ਫਿਰ ਅਗਰ ਇਹ ਸੰਸਥਾ ਬਣ ਰਹੀ ਹੈ ਤਾਂ ਦੇਖੋ ਉਹ ਪਰੇਸ਼ਾਨੀਆਂ ਤੇ ਆਉਣਗੀਆਂ, ਉਹ ਆਉਂਦੀਆਂ ਵੀ ਹੈਗੀਆਂ ਨੇ। ਸਾਨੂੰ ਇੰਡੀਆ ਤੋਂ ਬਾਅਦ ਤੋਂ ਵੀ ਉਹ ਆਉਂਦਾ ਹੈ ਕਿ ਤੁਸੀਂ ਇਹ ਹੈਗੇ ਹੋ, ਬਟ ਅਸੀਂ ਆਪਣੇ ਮਕਸਦ ਤੇ ਕਾਇਮ ਹੈਗੇ ਨੇ। ਅਗਰ ਇਸ ਤਰ੍ਹਾਂ ਸਾਰੇ ਹੀ ਚੇਂਜ ਮੇਕਰਸ ਨੇ ਅਗਰ ਸੋਚ ਕੇ ਬਹਿ ਜਾਂਦੇ ਕਿ ਭਗਤ ਸਿੰਘ ਨੂੰ ਪਰੇਸ਼ਾਨੀ ਨਹੀਂ ਆਈ ਸੀ, ਬਿਲਕੁਲ, ਜਾਂ ਕਿ ਕਿਸੇ ਨੇ ਵੀ ਕੁਝ ਕੀਤਾ ਹੋਏ ਉਹਨੂੰ ਪਰੇਸ਼ਾਨੀ ਨਹੀਂ ਆਈ। ਸੋ ਸਾਨੂੰ ਕੀ ਹੈ ਕਿ ਅਸੀਂ ਕਹਿੰਦੇ ਆ ਜੀ ਪੋਲੀਟੀਸ਼ੀਅਨ ਕੁਝ ਨਹੀਂ ਕਰਦੇ, ਅਸੀਂ ਆਪ ਵੀ ਤਾਂ ਕੁਝ ਨਹੀਂ ਕਰਨਾ ਚਾਹੁੰਦੇ। ਅਸੀਂ ਅਗਰ ਦੇਖੋ, ਅਸੀਂ ਇੱਕ ਅੱਛਾ ਸਮਾਜ ਵਾਸਤੇ ਕੰਮ ਕਰ ਰਹੇ ਹਾਂ, ਆਪਣੇ ਦੇਸ਼ ਵਾਸਤੇ ਕੰਮ ਕਰ ਰਹੇ ਹਾਂ, ਤੇ ਇਹਦੇ ਵਿੱਚ ਅਗਰ ਮਾੜੀ ਮੋਟੀ ਕੋਈ ਪਰੇਸ਼ਾਨੀ ਆ ਵੀ ਗਈ, ਪਰੇਸ਼ਾਨੀ ਕੀ ਆਉਂਦੀ ਹੈ, ਕੋਈ ਦੋ ਲੋਕ ਤੁਹਾਨੂੰ ਗਾਲਾਂ ਹੀ ਕੱਢ ਦੇਣਗੇ, ਹੋਰ ਕੀ ਹੋਏਗਾ, ਤੇ ਤੁਸੀਂ ਖੁਸ਼ੀ ਉਹਨੂੰ ਸਹਿ ਲਓ, ਕੀ ਫਰਕ ਪੈਂਦਾ। ਤੇ ਸਾਨੂੰ ਵੀ ਆਉਂਦੀ ਹੈ ਪਰੇਸ਼ਾਨੀ, ਬਟ ਅਸੀਂ ਉਹ ਮਾਂ ਨਾਲ ਆਪਣੇ ਆਪ ਨੂੰ ਕੰਪੇਅਰ ਕਰ ਲੈਂਦੇ। ਜਦ ਮਾਂ, ਅਸੀਂ ਆਪਣੇ, ਦੇਖੋ ਮੈਂ ਸੋਚਦਾ ਕਿ ਮੈਂ ਜਿਹੜੀ ਇਹ ਸੰਸਥਾ ਬਣਾਈ ਹੈ ਨਾ, ਮੈਂ ਆਪਣੇ ਬੱਚਿਆਂ ਵਾਸਤੇ ਬਣਾਈ ਹੈ। ਕੱਲ ਨੂੰ ਮੇਰੇ ਬੱਚੇ ਜਦ ਪੜ੍ਹ ਕੇ ਬਾਹਰ ਨਿਕਲਣਗੇ, ਉਹਨਾਂ ਦੀ ਬਾਂਹ ਕੌਣ ਪਕੜੇਗਾ। ਸੋ ਮੈਂ ਤਾਂ ਇਹ ਸਮਝ ਕੇ ਬਣਾਈ ਹੈ, ਜਿਸ ਦਿਨ ਤੁਸੀਂ ਇਹ ਸਮਝ ਲਓਗੇ ਨਾ ਕਿ ਤੁਸੀਂ ਆਪਣੇ ਬੱਚਿਆਂ ਵਾਸਤੇ ਕਰ ਰਹੇ ਹੋ, ਤੇ ਤੁਹਾਨੂੰ ਕੋਈ ਪਰੇਸ਼ਾਨੀ ਨਜ਼ਰ ਨਹੀਂ ਆਏਗੀ। ਜੀ। ਇੱਕ ਮੈਂ ਹੋਰ ਸ਼ਬਦ ਤੁਹਾਡੇ ਤੋਂ ਸੁਣਿਆ ਸੀਗਾ, ਬਿਜ਼ਨਸ ਦਾ ਲੰਗਰ, ਜਿਵੇਂ ਤੁਸੀਂ ਕਿਹਾ ਹੈ ਨਾ, ਵਪਾਰ ਦਾ ਲੰਗਰ, ਤੇ ਉਹਨੂੰ ਤੁਸੀਂ ਕਿਵੇਂ ਐਲੈਬੋਰੇਟ ਕਰੋਗੇ ਇਹਨੂੰ, ਕਿ ਜਿਹੜਾ ਸਾਡਾ ਢਾਂਚਾ ਹੈਗਾ ਇਹ ਇੱਕ ਵਪਾਰ ਦਾ ਲੰਗਰ ਹੈ? ਦੇਖੋ, ਵਪਾਰ ਦਾ ਲੰਗਰ ਦਾ ਮਤਲਬ ਹੈਗਾ ਕਿ ਅਸੀਂ ਓਪਰਚੁਨਿਟੀਜ਼ ਕ੍ਰੀਏਟ ਕਰ ਰਹੇ ਹਾਂ। ਸਿੱਖ ਸਮਾਜ ਦੇ ਜਿੰਨੇ ਵੀ ਸਾਡੇ ਬਿਜ਼ਨਸਮੈਨ ਹੈਗੇ ਨੇ, ਆਪਸ ਵਿੱਚ ਬਿਜ਼ਨਸ ਕਰਨ। ਅੱਜ ਕੋਈ ਇੱਕ ਬੰਦਾ ਦੂਜੇ ਤੋਂ ਸਮਾਨ ਖਰੀਦਦਾ, ਤੇ ਅਸੀਂ ਅੱਜ ਮਾਰਕੀਟ 'ਚ ਜਾਂਦੇ ਹੈਗੇ ਆ, ਸਮਾਨ ਖਰੀਦਣੇ ਹੈਗੇ ਆ, ਤੇ ਇੱਕ ਨਾਨ ਸਿੱਖ ਤੋਂ ਵੀ ਸਮਾਨ ਖਰੀਦਣੇ ਹੈਗੇ ਆ। ਅਸੀਂ ਇਹ ਚਾਹੁੰਦੇ ਹਾਂ ਕਿ ਅੱਜ ਸਿੱਖ ਨੂੰ ਸਿੱਖ ਦੀ ਬਾਂਹ ਫੜਨ ਦੀ ਲੋੜ ਹੈਗੀ ਹੈ।
ਉਹ ਸਿੱਖ ਦੂਜੇ ਸਿੱਖ ਦੀ ਬਾਂਹ ਫੜੇਗਾ ਤੇ ਜਿਹੜਾ ਸਿੱਖ ਦੀ ਬਾਂਹ ਫੜੇਗਾ ਉਹ ਆਪਣੇ ਆਪ ਹੀ ਚੜ੍ਹਦੀ ਕਲਾ 'ਚ ਰਹਿ ਕਰਕੇ ਬਾਕੀ ਸਿੱਖਾਂ ਨੂੰ ਹੋਰ ਅੱਗੇ ਵਧਾਏਗਾ, ਦੁਨੀਆ ਦਾ ਭਲਾ ਕਰੇਗਾ, ਸਰਬੱਤ ਦਾ ਭਲਾ ਕਰੇਗਾ। ਉਹੀ ਕਨਸੈਪਟ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਵਿੱਚ ਵੀ ਹੈਗਾ। ਅਸੀਂ ਇੱਕ ਦੂਜੇ ਦੇ ਹੈਲਪਿੰਗ ਹੈਂਡ ਬਣ ਰਹੇ ਜੀ। ਅੱਜ ਅਗਰ ਅਸੀਂ ਦੋ ਬਿਜ਼ਨਸ ਦੀ ਗੱਲ ਕਰ ਲਈਏ, ਮੰਨ ਲਈਏ ਤੁਹਾਡਾ ਸੋਸ਼ਲ ਮੀਡੀਆ ਦਾ ਬਿਜ਼ਨਸ ਹੈ ਔਰ ਮੇਰਾ ਐਕਸਪੋਰਟ ਦਾ ਬਿਜ਼ਨਸ ਹੈ, ਤੇ ਜੇ ਤੁਸੀਂ ਮੇਰੇ ਕੋਲ ਆਉਂਦੇ ਹੋ, ਅਸੀਂ ਦੋਨੋਂ ਮੈਂਬਰ ਹੈਗੇ ਆ, ਅਸੀਂ ਆਪਸ ਵਿੱਚ ਗੱਲ ਕਰ ਸਕਦੇ ਹੈਗੇ ਆ ਕਿ ਤੁਹਾਨੂੰ ਸੋਸ਼ਲ ਮੀਡੀਆ ਵਾਸਤੇ ਕੋਈ ਕਲਾਇੰਟ ਚਾਹੀਦਾ ਹੈ ਤੇ ਤੁਸੀਂ ਮੇਰੇ ਕੋਲ ਆਏ, ਔਰ ਮੈਂ ਦੇਖਿਆ ਕਿ ਮੈਨੂੰ ਵੀ ਕੋਈ ਬੰਦਾ ਚੰਗਾ ਚਾਹੀਦਾ ਹੈਗਾ ਤੇ ਤੁਸੀਂ ਮੇਰਾ ਸੋਸ਼ਲ ਮੀਡੀਆ ਸੰਭਾਲਣਾ ਸ਼ੁਰੂ ਕਰ ਦਿੱਤਾ। ਤੇ ਇਹ ਤਾਂ ਹੀ ਪੋਸੀਬਲ ਹੋ ਪਾਇਆ ਜਦੋਂ ਇਹ ਬਿਜ਼ਨਸ ਲੰਗਰ ਦੇ ਵਿੱਚ ਅਸੀਂ ਬੈਠੇ ਸੀ, ਨਾਲ ਕਨੈਕਸ਼ਨ ਵਿੱਚ ਬੈਠੇ ਸੀਗੇ ਤੇ ਨੈਟਵਰਕ ਅਸੀਂ ਕੀਤਾ ਆਪਸ ਵਿੱਚ, ਤੇ ਉਹ ਨੈਟਵਰਕਿੰਗ ਨਾਲ ਹੀ ਇਹ ਸਭ ਚੀਜ਼ਾਂ ਪੋਸੀਬਲ ਹੋ ਪਾਈਆਂ। ਤੋਂ ਅਸੀਂ ਜਿਹੜੀ ਇੱਕ ਸਿਸਟਮ ਬਣਾਇਆ ਹੈ, ਜਿਵੇਂ ਮੈਂ ਕਹਿੰਦਾ ਕਿ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ, ਤੇ ਅਸੀਂ ਇੱਕ ਸਿਸਟਮ ਬਣਾ ਦਿੱਤਾ, ਪ੍ਰੋਸੈਸ ਬਣਾ ਦਿੱਤਾ ਹੈਗਾ। ਤਾਂ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈ। ਜਿੰਨੇ ਵੀ ਯੂਥ ਬੱਚੇ ਹੈਗੇ ਨੇ ਧਿਆਨ ਨਾਲ ਸੁਣ ਲਓ, ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈ। ਤੇ ਹਿੰਦੁਸਤਾਨ ਵਿੱਚ ਬੜੀ ਓਪਰਚੁਨਿਟੀਜ਼ ਹੈਗੀਆਂ ਨੇ, ਤੇ ਆਪਣੇ ਆਪ ਨੂੰ ਥੋੜਾ ਜਿਹਾ ਪਹਿਲੇ ਕਾਬਿਲ ਬਣਾਓ, ਸਕਿਲਡ ਕਰੋ, ਆਪਣੀ ਕੈਪੈਸਿਟੀ ਨੂੰ ਬਿਲਡ ਕਰੋ। ਇਹੋ ਜਿਹੀ ਆਰਗੇਨਾਈਜੇਸ਼ਨਸ ਨੂੰ ਜੁਆਇਨ ਕਰਕੇ ਸਮਝੋ ਬਿਜ਼ਨਸ ਕਿਵੇਂ ਹੋ ਰਿਹਾ ਹੈ। ਅਗਰ ਇੱਕ ਬੰਦੇ ਨੂੰ 1000 ਕਰੋੜ ਰੁਪਏ ਦੀ ਟਰਨਓਵਰ ਕਰਨੀ ਆਂਦੀ ਹੈ ਤੇ ਤੁਹਾਨੂੰ ਕੀ ਲੋੜ ਹੈਗੀ ਹੈ, ਉਸ ਬੰਦੇ ਤੇ ਜਾ ਕੇ ਇੰਟਰਵਿਊ ਕਰੋ, ਮਿਲੋ, ਉਹਦੇ ਨਾਲ ਗੱਲਬਾਤ ਕਰੋ। ਉਹ ਤੁਹਾਨੂੰ 5-10 ਚੀਜ਼ਾਂ ਇਹੋ ਜਿਹੀ ਦੱਸੇਗਾ ਜਿਸ ਨਾਲ ਤੁਸੀਂ 1000 ਕਰੋੜ ਨਾ ਸਹੀ 10 ਕਰੋੜ ਦੀ ਕੰਪਨੀ ਤੇ ਬਣਾ ਲੋਗੇ। ਤੇ ਉਸ ਚੀਜ਼ ਨੂੰ ਅਸੀਂ ਇੱਥੋਂ ਪ੍ਰਮੋਟ ਕਰ ਰਹੇ ਹਾਂ, ਐਂਡ ਦੈਟ ਇਜ਼ ਬਿਜ਼ਨਸ ਲੰਗਰ ਜੀ। ਕੀ ਬਾਤ ਹੈ, ਬਹੁਤ ਸੋਹਣਾ ਮੈਂ ਕਹਿੰਦਾ ਉਪਰਾਲਾ ਕਿ ਜਿਹੜੇ ਲੋਕ ਜਾਂ ਜਿਹੜੇ ਚਾਹਵਾਨ ਨੇ, ਕੋਈ ਕੰਮ ਕਰਨ ਦਾ ਚਾਹਵਾਨ, ਕੁਝ ਲੋਕ ਹੁੰਦੇ ਨੇ, ਕੁਝ ਲੋਕ ਨਹੀਂ ਵੀ ਹੁੰਦੇ, ਪਰ ਜਿਹੜੇ ਲੋਕ ਹੁੰਦੇ ਨੇ ਕੰਮ ਕਰਨ ਦੇ ਚਾਹਵਾਨ, ਉਹਨਾਂ ਦਾ ਜਿਵੇਂ ਬਾਈ ਹੋਰਾਂ ਨੇ ਕਿਹਾ ਕਿ ਇੱਥੇ ਹੀ ਅਮਰੀਕਾ ਹੈਗਾ। ਜੇ ਤੁਸੀਂ ਕੰਮ ਕਰਨ ਦੇ ਚਾਹਵਾਨ ਹੈਗੇ ਹੋ ਤਾਂ ਜਦੋਂ ਇਹੋ ਜਿਹੀਆਂ ਆਰਗੇਨਾਈਜੇਸ਼ਨ ਹੱਥ ਫੜਦੀਆਂ ਨੇ, ਹੈਲਪ ਕਰਦੀਆਂ ਨੇ, ਇੱਕ ਚੇਨ ਬਣਦੀ ਆ, ਤਾਂ ਸਾਰਿਆਂ ਦੇ ਲਈ ਕੰਮ ਕਰਨਾ ਵੀ ਸੌਖਾ ਹੋ ਜਾਂਦਾ ਹੈਗਾ। ਤੇ ਜਾਂਦੇ ਜਾਂਦੇ ਜੀ ਕੀ ਮੈਸੇਜ ਦੇਣਾ ਚਾਹੋਗੇ ਅਵਾਰਡ ਫੰਕਸ਼ਨ ਦੇ ਲਈ ਤੇ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਦਾ ਉਹਦੇ ਲਈ, ਲੋਕਾਂ ਦਾ ਲਈ, ਕਿ ਤੁਹਾਡੇ ਨਾਲ ਵੱਧ ਤੋਂ ਵੱਧ ਜਿਹੜੇ ਸਿੱਖ ਲੋਕ ਸਾਰੇ ਜੁੜਨ? ਸਭ ਤੋਂ ਪਹਿਲੇ ਤੇ ਜਿਵੇਂ ਆਥਰ ਸ਼ੈਰੀ ਜੀ ਨੇ ਕਿਹਾ, ਮੈਂ ਇਹ ਸ਼ੇਅਰ ਕਰਨਾ ਚਾਹਾਂਗਾ। ਇੱਕ MBA ਚਾय ਵਾਲਾ ਇੱਕ ਲੜਕਾ ਹੈ, ਅੱਜ ਦੀ ਡੇਟ ਵਿੱਚ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਹੈ। ਉਸ ਲੜਕੇ ਨੇ ਕੁਝ ਨਹੀਂ ਕੀਤਾ, ਚਾਹ ਵੇਚੀ ਔਰ 1000 ਕਰੋੜ ਦੀ ਕੰਪਨੀ ਬਣਾ ਲਿੱਤੀ। ਕਿ ਆਪ ਜੀ ਚਾਹ ਨਹੀਂ ਵੇਚ ਸਕਦੇ? ਕਿ ਸਾਡੇ ਪ੍ਰਧਾਨ ਮੰਤਰੀ ਵੀ ਕਹਿੰਦੇ ਨੇ ਚਾਹ, ਉਹਨਾਂ ਨੇ ਵੀ ਚਾਹ ਤੋਂ ਸ਼ੁਰੂ ਕਰਕੇ ਪ੍ਰਧਾਨ ਮੰਤਰੀ ਬਣੇ ਸੀ। ਸੋ ਕੋਈ ਕੰਮ ਛੋਟਾ, ਕੋਈ ਕੰਮ ਵੱਡਾ ਨਹੀਂ ਹੈ। ਜਦ ਅਸੀਂ ਇੰਡੀਆ ਤੋਂ ਬਾਹਰ ਜਾ ਕੇ ਉਹੀ ਕੰਮ ਕਰ ਸਕਦੇ ਹਾਂ, ਕਿਉਂਕਿ ਮੈਂ ਲਗਭਗ 40-50 ਦੇਸ਼ ਗਿਆ ਹੋਇਆ। ਮੈਂ ਜਿੱਥੇ ਵੀ ਜਾਂਦਾ ਉੱਥੇ ਪੰਜਾਬੀ ਕੋਈ ਨਾ ਕੋਈ ਉੱਪਰ ਨੀਚੇ ਵਾਲਾ ਕੰਮ ਕਰ ਰਹੇ ਹੁੰਦੇ ਨੇ, ਤੇ ਜਦ ਉੱਥੇ ਜਾ ਕੇ ਕਰ ਸਕਦੇ ਹੈਗੇ ਆ, ਤੇ ਇੱਥੇ ਵੀ ਅਸੀਂ ਕਰ ਸਕਦੇ ਹਾਂ। ਸੋ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ, ਅੱਜ ਦੀ ਡੇਟ ਵਿੱਚ ਤੁਸੀਂ ਘਰ ਬਹਿ ਕੇ ਵੀ YouTube ਦੇ ਮਾਧਿਅਮ ਤੋਂ ਇੰਨੇ ਸਾਰੀ ਟੈਕਨੋਲੋਜੀਜ਼ ਹੈਗੀਆਂ ਨੇ, ਇੰਨੇ ਸਾਰੇ ਕੋਰਸਿਸ ਹੈਗੇ ਨੇ। ਸੋਸ਼ਲ ਮੀਡੀਆ ਸਿੱਖੋ, ਗ੍ਰਾਫਿਕ ਡਿਜ਼ਾਈਨ ਸਿੱਖੋ, ਯੂਟਿਊਬਰ ਬਣੋ, ਇਨਫਲੂਐਂਸਰ ਬਣੋ, ਔਰ ਇੱਥੇ ਰੁਕੋ, ਆਪਣੇ ਪੰਜਾਬ ਨੂੰ ਦੁਬਾਰਾ ਰੰਗਲਾ ਬਣਾਓ। ਔਰ ਤੁਸੀਂ ਅਗਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ ਸਾਡਾ ਇੱਕ ਮੋਬਾਈਲ ਨੰਬਰ ਨੋਟ ਕਰ ਲਓ। ਸਾਡਾ ਇੰਡੀਆ ਦਾ ਮੋਬਾਈਲ ਨੰਬਰ ਹੈ 9811006008। ਮੈਂ ਦੁਬਾਰਾ ਰਿਪੀਟ ਕਰਾਂਗਾ, 9811006008। ਇਹ ਚੈਨਲ ਵਾਲੇ ਇਹਨੂੰ ਫਲੈਸ਼ ਵੀ ਕਰ ਦੇਣਗੇ। ਤੁਸੀਂ ਇਸ ਨਾਲ ਜੁੜੋ। ਇਸ 'ਤੇ ਇੱਕ WhatsApp ਮੈਸੇਜ ਤੁਸੀਂ ਸੈਂਡ ਕਰਨਾ ਹੈ, ਜੁਆਇਨ ਲਿਖ ਕੇ। ਤੁਹਾਨੂੰ ਇੱਕ ਲਿੰਕ ਆਏਗਾ, ਤੁਸੀਂ ਲਿੰਕ ਨੂੰ ਭਰ ਦੋਗੇ ਤੇ ਤੁਹਾਡੀ ਵੈਰੀਫਿਕੇਸ਼ਨ ਹੋ ਕੇ ਤੁਹਾਨੂੰ ਜੁਆਇਨ ਹੋ ਜਾਓਗੇ। ਇਹਦੇ ਕੋਈ ਚਾਰजेस ਨਹੀਂ ਹੈਗੇ, ਕੋਈ ਵੀ ਚਾਰजेस ਨਹੀਂ ਹੈਗੇ। ਅੱਜ ਤੋਂ ਲੈ ਕੇ ਐਂਡ ਤੱਕ ਤੁਸੀਂ ਫ੍ਰੀ ਆਫ ਚਾਰਜ ਜੁਆਇਨ ਹੋ ਸਕਦੇ ਹੋ। ਤੁਹਾਨੂੰ ਪੂਰੇ ਵਰਲਡ ਦੇ ਬੈਸਟ ਬਿਜ਼ਨਸਮੈਨ ਮਿਲਣਗੇ ਜਿਨ੍ਹਾਂ ਕੋਲੋਂ ਤੁਸੀਂ ਸਿੱਖ ਸਕੋਗੇ। ਔਰ ਸਾਡੇ ਸੋਸ਼ਲ ਮੀਡੀਆ 'ਤੇ, ਜਿਹੜਾ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਸੋਸ਼ਲ ਮੀਡੀਆ 'ਤੇ, ਤੁਹਾਨੂੰ ਘੱਟੋ ਘੱਟ ਨਹੀਂ ਤੇ 500 ਤੋਂ ਜ਼ਿਆਦਾ ਵੀਡੀਓਜ਼ ਮਿਲਣਗੇ, ਜਿਹਦੇ ਵਿੱਚ ਦੁਨੀਆ ਜਹਾਨ ਦੇ ਸਕਿੱਲ ਅਪਗ੍ਰੇਡੇਸ਼ਨ ਦੇ ਵੀਡੀਓਜ਼ ਹੈਗੇ ਨੇ, ਜਿਹੜੇ ਫ੍ਰੀ ਆਫ ਚਾਰਜ ਨੇ। ਤੁਸੀਂ ਉਹ ਵੀ ਦੇਖ ਕੇ ਆਪਣੇ ਭੈਣ ਭਰਾਵਾਂ ਕੋਲੋਂ ਸਿੱਖ ਸਕਦੇ ਹੋ। ਤੇ ਮੈਂ ਸਭ ਨੂੰ ਇਹੀ ਕਹਾਂਗਾ ਜੀ, ਸਭ ਕੁਝ ਹੀ ਇੱਧਰ ਹੈ। ਅਸੀਂ ਇੱਥੇ ਸਭ ਕੁਝ ਕੰਮ ਕਰ ਸਕਦੇ ਹਾਂ। ਜਿਵੇਂ ਅਸੀਂ ਅੱਜ ਚੰਡੀਗੜ੍ਹ ਬੈਠੇ ਹਾਂ, ਆਪਣੇ ਚੰਡੀਗੜ੍ਹ ਚੈਪਟਰ ਦੇ ਪ੍ਰੈਜ਼ੀਡੈਂਟ ਦੇ ਆਫਿਸ ਬੈਠੇ ਹਾਂ। ਇਹ ਲੋਕ ਵੀ ਇੰਨਾ ਵੱਡਾ ਵਪਾਰ ਕਰ ਰਹੇ ਨੇ, ਸ਼ੇਅਰ ਮਾਰਕੀਟ ਦਾ ਬਿਜ਼ਨਸ ਇੰਨਾ ਵੱਡਾ ਬਿਜ਼ਨਸ ਹੈ। ਅੱਜ ਅਸੀਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਹਾਂ। ਆਪਣੀ ਹਿੰਦੁਸਤਾਨ ਦੀ ਅੱਜ ਇਕਨੋਮੀ ਗਰੋ ਕਰ ਰਹੀ ਹੈ, ਟੌਪ 3 ਦੇ ਅੰਦਰ ਆ ਗਈ ਹੈ। ਤੇ ਇੱਥੇ ਅਸੀਂ ਦੁਬਾਰਾ ਜੁੜੀਏ, ਪਰ ਸਾਨੂੰ ਸਭ ਤੋਂ ਪਹਿਲੇ ਆਪਣੀ ਮਾਈਂਡ ਸੈਟ ਚੇਂਜ ਕਰਨੀ ਪਏਗੀ, ਅਪਰੋਚ ਚੇਂਜ ਕਰਨੀ ਪਏਗੀ, ਔਰ ਆਪਣੀ ਵਿਜ਼ਨ ਬਣਾਉਣੀ ਪਏਗੀ। ਅਸੀਂ ਕੁਝ ਕਰਨਾ ਹੈ, ਜਜ਼ਬਾ ਚੇਂਜ ਕਰਨਾ ਪਏਗਾ, ਤੇ ਸਭ ਕੁਝ ਹੋ ਜਾਏਗਾ ਜੀ। ਤੇ ਸ਼ੈਰੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਮਿਹਨਤ ਕਰੋ, ਕਿਉਂਕਿ ਮਿਹਨਤ ਕਰਨ ਨਾਲ ਤੁਸੀਂ ਸਭ ਕੁਝ ਪਾ ਸਕਦੇ ਹੈਗੇ ਹੋ। ਤੇ
ਸਾਡੇ ਪੰਜਾਬੀਆਂ ਦੇ ਵੈਸੇ ਹੀ ਖੂਨ ਵਿੱਚ ਮਿਹਨਤ ਹੁੰਦੀ ਹੈ, ਮਿਹਨਤ ਦੇ ਨਾਲ ਥੋੜਾ ਜਿਹਾ ਸਕਿੱਲ ਵੀ ਡਿਵੈਲਪ ਕਰ ਲਓ ਔਰ ਉਹਦੇ ਨਾਲ ਵਰਲਡ ਸਿੱਖ ਚੈਂਬਰ ਆਫ ਕਾਮਰਸ ਨੂੰ ਵੀ ਜੁਆਇਨ ਕਰ ਲਓ। ਔਰ ਅਸੀਂ ਚਾਹਾਂਗੇ ਕਿ ਅਸੀਂ ਪੰਜਾਬ ਵਾਸਤੇ ਵੀ ਬਹੁਤ ਸਾਰੀ ਐਕਟੀਵਿਟੀਜ਼ ਕਰ ਰਹੇ ਹਾਂ, ਜਿਵੇਂ ਇੱਥੇ ਦੀ ਗਵਰਨਮੈਂਟ ਨੇ ਵੀ ਇਨਵੈਸਟ ਪੰਜਾਬ ਦਾ ਬੜਾ ਵੱਡਾ ਉਪਰਾਲਾ ਲਿੱਤਾ ਹੈ ਸਟਾਰਟਅਪ ਦਾ, ਤੇ ਮੈਂ ਇੱਥੇ ਦੇ ਜਿਹੜੇ ਖਾਸ ਬਿਜ਼ਨਸਮੈਨ ਹੈਗੇ ਉਹਨਾਂ ਦੇ ਨਾਲ ਵੀ ਕੰਟੈਕਟ ਵਿੱਚ ਹੈਗਾ, ਤੇ ਮੈਨੂੰ ਇੱਥੇ ਪਤਾ ਹੈ ਕਿ ਕੀ ਪਾਲਿਸੀ ਫਰੇਮਵਰਕ ਹੋ ਰਹੀ ਹੈਗੀ ਹੈ, ਤੇ ਮਾਨ ਸਾਹਿਬ ਨਾਲ ਜਿਵੇਂ ਕੰਮ ਕਰ ਰਹੇ ਨੇ। ਸੋ ਅਸੀਂ ਇਹੀ ਚਾਹੁੰਦੇ ਹੈਗੇ ਕਿ ਅਸੀਂ ਇੱਕ ਪੋਜ਼ਿਟਿਵ ਮੈਸੇਜ ਸੁਸਾਇਟੀ ਵਾਸਤੇ ਸਪਰੈਡ ਕਰੀਏ ਕਿ ਹੁਣ ਸਿੱਖਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਕੋਈ, ਕਿਉਂਕਿ ਵਰਲਡ ਸਿੱਖ ਚੈਂਬਰ ਆਫ ਕਾਮਰਸ ਤੁਹਾਡੇ ਵਾਸਤੇ ਅੱਜ ਖੜਾ ਹੈਗਾ, ਤੇ ਤੁਸੀਂ ਆਓ, ਜੁਆਇਨ ਕਰੋ, ਕਨੈਕਟ ਕਰੋ। ਔਰ ਜਿਵੇਂ ਡਾਕਟਰ ਪਰਮੀਤ ਸਿੰਘ ਚੱਡਾ ਜੀ ਨੇ ਦੱਸਿਆ ਹੈਗਾ ਕਿ ਕੋਈ ਵੀ ਚਾਰਜ ਨਹੀਂ ਹੈਗਾ, ਬਿਲਕੁਲ ਫ੍ਰੀ ਆਫ ਕਾਸਟ ਉਪਰਾਲਾ ਹੈਗਾ। ਤੁਸੀਂ ਬਸ ਆ ਕੇ ਇਹ ਦੇਖੋ ਕਿ ਮੈਂ ਕਿਸ ਤਰ੍ਹਾਂ ਗਿਵ ਕਰ ਸਕਦਾ ਕਮਿਊਨਿਟੀ ਨੂੰ, ਬਿਕੋਜ਼ ਗਿਵਰਸ ਆਲਵੇਜ਼ ਕੈਨ। ਕੀ ਬਾਤ ਹੈ। ਤੇ ਮਨਮੀਤ ਜੀ ਤੁਸੀਂ ਕਹਿਣਾ ਚਾਹੋ? ਮੈਂ ਤਾਂ ਉੱਥੋਂ ਸ਼ਹਿਰੀ ਦੀ ਗੱਲ ਤੋਂ ਇਹੀ ਕਹਾਂਗਾ ਕਿ ਜਿੱਦਾਂ ਇਹਨਾਂ ਨੇ ਪਹਿਲਾਂ ਵੀ ਕਿਹਾ, ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ। ਇਦਾਂ ਦੇ ਮੰਨੇ ਪਰਮੰਨੇ ਬਿਜ਼ਨਸਮੈਨ ਸਾਰੇ ਇੱਥੇ ਜੁੜੇ ਹੋਏ ਨੇ। ਤੁਹਾਡਾ ਕੋਈ ਖਰਚਾ ਨਹੀਂ ਹੈਗਾ, ਸਿਰਫ ਮਿਲਣਾ ਹੈਗਾ, ਆਪਣਾ ਸਮੇਂ ਕੱਢਣਾ, ਅੱਧਾ ਘੰਟਾ 1 ਘੰਟਾ ਹਫ਼ਤੇ ਕਿਸੇ ਵੇਲੇ ਤੁਸੀਂ ਆਓ, ਮਿਲੋ, ਜਦੋਂ ਵੀ ਮਿਲ ਸਕਦੇ। ਚਾਹ ਕੌਫੀ ਤੇ ਆਪਾਂ ਮਿਲਦੇ ਹੈਗੇ। ਤੇ ਜਿੰਨੇ ਵੀ ਯੂਥ ਕੁਝ ਕਰਨਾ ਚਾਹੁੰਦਾ ਹੈ ਉਹ ਸਿੱਖੇ ਕੀ ਕੁਝ ਹੋ ਸਕਦਾ ਹੈ, ਕੀ ਕੁਝ ਕਰ ਸਕਦਾ ਹੈ, ਕਿੱਥੇ ਪਹੁੰਚ ਸਕਦਾ ਹੈ। ਇਹ 5000 ਬੰਦਿਆਂ ਦੀ ਜਿਹੜੀ ਕਮਿਊਨਿਟੀ ਤੁਹਾਡੇ ਨਾਲ ਜੁੜੀ ਹੈ, ਇਹ ਹੌਲੀ ਹੌਲੀ 10000 ਬਣ ਜਾਏਗੀ, 20000 ਬਣ ਜਾਏਗੀ, 50000। ਤੁਸੀਂ ਜੁੜੋ ਆ ਕੇ ਸਾਡੇ ਨਾਲ, ਤੁਸੀਂ ਦੇਖੋਗੇ ਤੁਹਾਡੇ ਨਾਲ ਹੱਥ ਫੜਨ ਵਾਲੇ ਲੋਕ ਹੈਗੇ ਨੇ, ਤੁਹਾਨੂੰ ਸਪੋਰਟ ਕਰਨ ਵਾਲੇ ਲੋਕ ਹੈਗੇ ਨੇ। ਸਾਡੇ ਨਾਲ ਜੁੜੋ, ਅਸੀਂ ਪੰਜਾਬ ਨੂੰ ਫੇਰ ਦੁਬਾਰਾ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਈਏ। ਕੀ ਬਾਤ, ਕੀ ਬਾਤ। ਤੇ ਸਾਡੇ ਵੱਲੋਂ ਹੀ, ਸਾਡੇ ਚੈਨਲ ਵੱਲੋਂ ਵੀ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਇਹੋ ਜਿਹੇ ਸੋਹਣੇ ਉਪਰਾਲੇ ਦੇ ਲਈ, ਤੁਹਾਡੇ ਲਈ। ਤੇ ਦਰਸ਼ਕਾਂ ਨੂੰ ਵੀ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਇਹੋ ਜਿਹੇ ਕੋਈ ਉਪਰਾਲੇ ਸਿਰਜੇ ਜਾਂਦੇ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਸਾਥ ਦੇਣਾ, ਉਹਨਾਂ ਨਾਲ ਜੁੜਨਾ, ਨਾ ਕਿ ਨਗੋਚਾਂ ਕੱਢਣੀਆਂ ਜਾਂ ਕਮੀਆਂ ਕੱਢਣੀਆਂ। ਕਿਉਂਕਿ ਜਿਹੜੀ ਆਪਸੀ ਸਾਡਾ ਭਾਈਚਾਰਾ ਹੈਗਾ, ਜੇ ਉਹਨੂੰ ਅਸੀਂ ਬੁਲੰਦ ਕਰਨਾ ਹੈਗਾ ਤਾਂ ਇੱਕ ਦੂਜੇ ਨਾਲ ਰਲ ਕੇ ਹੀ ਚੱਲਣਾ ਪੈਣਾ। ਤੇ ਜੇ ਅਸੀਂ ਅਮਨ ਸ਼ਾਂਤੀ ਨੂੰ ਅਸੀਂ ਭੰਗ ਕਰਨ ਦੇ ਜਾਂ ਸ਼ਰਾਰਤੀ ਤੱਤਾਂ ਨਾਲ ਰਲ ਕੇ ਹੀ ਜੇ ਕੋਈ ਕੰਮ ਕਰਨੇ ਹੈਗੇ ਆ ਤਾਂ ਫਿਰ ਸਾਡਾ ਇੱਥੇ ਰਹਿਣ ਦਾ ਵੀ ਕੋਈ ਮਤਲਬ ਨਹੀਂ। ਫਿਰ ਸਾਨੂੰ ਵੀ, ਅਸੀਂ ਵੀ ਕਹਿੰਦੇ ਕਿ ਤੁਸੀਂ ਪੰਜਾਬ ਛੱਡ ਸਕਦੇ ਹੋ, ਪਰ ਸਾਡਾ ਪੰਜਾਬ ਅਮਨ ਦਾ ਪ੍ਰਤੀਕ ਹੈ। ਤੇ ਸਾਡੇ ਵਾਸਤੇ ਜਿਹੜੇ ਸਾਡੇ ਇੱਥੋਂ ਦੇ ਵਸਿੰਦੇ ਨੇ ਉਹਨਾਂ ਦੇ ਲਈ ਜਿਹੜੀਆਂ ਕੰਮ ਦੀਆਂ ਅਪਰਚੁਨਿਟੀਆਂ ਨੇ ਇਹੋ ਜਿਹੀਆਂ ਆਰਗੇਨਾਈਜੇਸ਼ਨ ਲੈ ਕੇ ਆ ਰਹੀਆਂ ਨੇ। ਤੇ ਸਾਡੇ ਵੱਲੋਂ ਅਪੀਲ ਕਿ ਇਹਨਾਂ ਇਹੋ ਜਿਹੀਆਂ ਆਰਗੇਨਾਈਜੇਸ਼ਨ ਨਾਲ ਜੁੜਨਾ ਚਾਹੀਦਾ। ਸਾਨੂੰ ਦਿਓ ਇਜਾਜ਼ਤ, ਦੇਖਦੇ ਰਹੋ ਚਸਕਾ TV।